सत श्री अकाल जी सारिਆਂ ਨੂੰ। मैं गलबात करनी है ਆਪਾਂ ਅੱਜ यूपी ਦੇ ਵਿੱਚ लखीमपुर ਤਕੂਨੀਆਂ ਜਿਹੜਾ ਆਪਣਾ ਇਹ ਹਾਦਸਾ ਹੋਇਆ, ਕਤਲੇਆਮ ਹੋਇਆ, ਨਰਸਿੰਗਾਰ ਹੋਇਆ ਕਿਸਾਨਾਂ ਤੇ यूपी ਦੀ बीजेपी ਸਰਕਾਰ ਵੱਲੋਂ ਉਹਦੇ ਲਈ ਜੋ ਫੈਸਲਾ ਹੈ ਜਿਹੜਾ कि हाले विच विचाले लटकिया ही कहूँगा मैं, क्योंकि एक पासे फैसला नहीं होया राकेश टिकैत जी वालों, सारी लीडरशिप किसान लीडरशिप वालों ਉਹਦੇ ਤੇ ਵਿਚਾਰ ਦੀ ਗੱਲ ਤੇ ਇੱਕ ਜਿਹੜੇ ਲੋਕ ਹਰ ਟਾਈਮ ਲੀਡਰਸ਼ਿਪ ਨੂੰ ਭੰਡਦੇ ਰਹਿੰਦੇ ਆ, ਨਾ ਭੰਡਣਾ ਹੁੰਦਾ ਕਿ ਵਿਰੋਧ ਤਾਂ ਕਰਨਾ ਹੈ ਭਾਰਤ ਸਰਕਾਰ ਦਾ, ਵਿਰੋਧ ਕਿਸਾਨਾਂ ਆਗੂਆਂ ਦਾ ਹੀ ਕਰਦੇ ਰਹਿੰਦੇ ਨੇ ਜਾਂ ਉਹਨਾਂ ਨੂੰ ਨਿੰਦਦੇ ਰਹਿਣਗੇ, ਇਹ ਗੱਲਾਂ ਕਰਨੀਆਂ। ਤੇ ਮੈਨੂੰ ਇੱਕ ਵਾਰ ਐਂ ਦੱਸ ਦਿਓ ਆਵਾਜ਼ ਆ ਰਹੀ ਹੈ, ਕਿਉਂਕਿ ਨਾ ਇੱਥੇ ਨੈੱਟ ਦਾ ਥੋੜ੍ਹਾ ਜਿਹਾ ਸਿਸਟਮ ਕਈ ਵਾਰ ਆਉਂਦਾ ਨਾ ਆਵਾਜ਼ ਨਹੀਂ ਆਉਂਦੀ, ਇੱਕ ਵਾਰੀ ਪਤਾ ਲੱਗ ਜੇ ਉਹ ਆਵਾਜ਼ ਆ ਰਹੀ ਹੈ ਤਾਂ ਮੈਂ, ਕਿਉਂਕਿ ਅਸੀਂ ਕਦੇ ਵੀ ਕਿਸੇ ਦੇ ਲਕੀਰ ਦੇ ਫਕੀਰ ਨਹੀਂ ਕਿ ਬਸ ਵੀ ਜਿਹਦਾ ਜੇ ਕੋਈ ਸਾਡਾ ਵਿਰੋਧੀ ਹੈ ਤਾਂ ਉਹਦਾ ਵਿਰੋਧ ਹੀ ਕਰਨਾ। ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅੱਜ ਤੱਕ ਕਿਹਾ ਤੇ ਕਵਾਂਗੇ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਤੁਸੀਂ ਕਿਸੇ ਦੇ ਉਹਦੇ ਹੋ ਹੈ ਨਾ ਕਿ ਸਹੀ ਦਾ ਸਹੀ ਫੈਸਲਾ, ਕਈ ਵਾਰ ਹੁੰਦਾ ਕਿ ਆਪਾਂ ਨੂੰ ਆਪਣੀ ਜਾਨ 'ਚ ਆਪਾਂ ਸਹੀ ਫੈਸਲਾ ਕਰ ਰਹੇ ਹੁੰਦੇ ਆ ਪਰ ਉਹ ਸਹੀ ਫੈਸਲਾ ਨਹੀਂ ਹੁੰਦਾ। ਉਹਦੇ ਲਈ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਜਿਹੜਾ ਆਪਣਾ ਯੂਪੀ ਦੇ ਵਿੱਚ ਇਹ ਬਹੁਤ ਵੱਡਾ ਮਸਲਾ ਹੋਇਆ ਹੈ, ਉਹਦੇ ਲਈ ਰਾਕੇਸ਼ ਟਿਕੈਤ ਜੀ ਕਿਉਂਕਿ ਯੂਪੀ ਨੂੰ ਦੀ ਅਗਵਾਈ ਕਰਦੇ ਆ, ਉਹਨਾਂ ਨੂੰ ਰਿਕੁਐਸਟ ਹੈ ਕਿ ਦੇਖੋ ਜੀ ਜਿਹੜਾ ਪੈਸੇ ਵਾਲੀ ਗੱਲ ਹੈ ਨਾ ਵੀ ਜ਼ਖਮੀਆਂ ਨੂੰ 10 ਲੱਖ ਤੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ 45 ਲੱਖ, ਉਹ ਤਾਂ ਉਹਨਾਂ ਨੇ ਦੇਣਾ ਹੀ ਦੇਣਾ ਸੀ ਭਾਰਤ ਸਰਕਾਰ ਨੇ, ਕਿਉਂਕਿ ਉਹਨਾਂ ਦੇ ਆਪਦੇ ਬੰਦੇ ਵੀ ਮਰ ਰਹੇ ਆ। ਉਹਨਾਂ ਨੂੰ ਦੇਣ ਦੇ ਚੱਕਰ 'ਚ ਕਿਉਂਕਿ ਇੱਕ ਪਾਸੇ ਤਾਂ ਦੇ ਨਹੀਂ ਸਕਦੇ, ਇੱਧਰ ਵੀ ਦੇਣੇ ਪੈਣਾ ਹੈ। ਸਾਡਾ ਪੈਸੇ ਵਾਲਾ ਤਾਂ ਮਸਲਾ ਨਹੀਂ, ਆਪਾਂ ਕਿਸਾਨ ਸਾਰੇ ਸਭ ਨੂੰ ਕਹਿ ਕੇ ਆਪਾਂ ਕਿਸੇ ਦੀ ਵੀ ਹੈਲਪ ਤਾਂ ਜਦੋਂ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਸਕਦੇ ਹਾਂ। ਮੇਨ ਹੈਗਾ ਇਨਸਾਫ ਦਿਵਾਉਣਾ ਪਰਿਵਾਰਾਂ ਨੂੰ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ, ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਕਤਲ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣਾ ਤੇ ਆਪਣੇ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਇਨਸਾਫ ਦਿਵਾਉਣਾ। ਉਹਦੇ ਲਈ ਇਹ ਉਹਨਾਂ ਨੂੰ ਜਿਹੜਾ 8 ਦਿਨ ਦਾ ਅਲਟੀਮੇਟ ਦੇਣਾ ਮੈਨੂੰ ਲੱਗਦਾ ਇਹ ਠੀਕ ਨਹੀਂ। ਫਿਰ ਪੋਸਟਮਾਰਟਮ ਰਿਪੋਰਟ ਗਲਤ ਦਿੱਤੀ ਹੈ। ਸਭ ਤੋਂ ਸਾਡਾ ਪ੍ਰੈਸ਼ਰ ਹੋਣਾ ਚਾਹੀਦਾ। ਮੇਰੀ ਬੇਨਤੀ ਹੈ ਕਿਸਾਨ ਆਗੂਆਂ ਨੂੰ, ਰਾਕੇਸ਼ ਟਿਕੈਤ ਜੀ ਨੂੰ, ਕਿ ਪੈਸੇ ਵਾਲੀ ਤਾਂ ਛੱਡ ਦਿਓ ਗੱਲ, ਕੀ ਦਿੰਦੇ ਆ ਕੀ ਨਹੀਂ ਦਿੰਦੇ, ਸਾਨੂੰ ਪੈਸੇ ਵਾਲਾ ਦਾ ਮੁੱਲ ਨਹੀਂ, ਜੋ ਦਿੰਦੇ ਆ ਠੀਕ ਹੈ, ਮਲਮਾਂ ਤੇ ਕੋਈ ਲੱਗਦਾ, ਨਹੀਂ ਦਿੰਦੇ ਤਾਂ ਵੀ ਕੋਈ ਚੱਕਰ ਨਹੀਂ ਹੈ ਨਾ, ਕੋਈ ਵੱਡੀ ਗੱਲ ਨਹੀਂ ਗੀ। ਮੇਨ ਹੈਗਾ ਸਜ਼ਾਵਾਂ ਦਿਵਾਉਣੀਆਂ, ਇਨਸਾਫ ਦਿਵਾਉਣਾ। ਸਾਨੂੰ ਦਿੱਲੀ ਕਿਸਾਨ ਮੋਰਚੇ 'ਚ ਵੀ ਤੇ ਉੱਥੇ ਵੀ ਲਖੀਮਪੁਰ ਉੱਥੇ ਵੀ ਪ੍ਰੋਟੈਸਟ ਉਹਨਾਂ ਚਿਰ ਜਿਹੜੇ ਆਪਣੇ ਸ਼ਹੀਦ ਆ ਜਿਹਦੇ ਗੋਲੀ ਵੱਜੀ ਹੈ, ਸ਼ਹੀਦ ਭਾਈ ਗੁਰਵਿੰਦਰ ਸਿੰਘ ਬਾਬਾ ਜੀ ਜਿਹਨਾਂ ਨੂੰ ਕਹਿੰਦੇ ਸਨ, 19 ਸਾਲ ਦੀ ਉਮਰ, ਉਹ ਤਾਂ ਪਹਿਲਾਂ ਹੀ ਪ੍ਰਮਾਤਮਾ ਨਾਲ ਜੁੜੇ ਸੀ, ਉਹਨਾਂ ਨੂੰ ਕੋਈ ਪੈਸੇ ਦਾ ਤਾਂ ਲਾਲਚ ਨਹੀਂ ਸੀ। ਉਹਨਾਂ ਦੇ ਗੋਲੀ ਵੱਜੀ ਆ ਤੇ ਭਾਰਤ ਸਰਕਾਰ ਕਹਿ ਰਹੀ ਹੈ ਗੋਲੀ ਵੱਜੀ ਨਹੀਂ, ਗੋਦੀ ਮੀਡੀਆ ਕਹਿ ਰਿਹਾ ਗੋਲੀ ਵੱਜੀ ਨਹੀਂ। ਸਭ ਤੋਂ ਵੱਡੀ ਗੱਲ ਹੈ ਦੇਸ਼ ਦਾ ਜਿਹੜਾ ਉਪ ਗ੍ਰਹਿ ਮੰਤਰੀ ਹੈ ਉਹਦਾ ਮੁੰਡਾ ਕਸੂਰਵਾਰ ਹੈ, ਅਜੇ ਮਿਸ਼ਰਾ ਦਾ ਮੁੰਡਾ ਮੋਨੂ ਭਈਆ ਜਿਹਨੂੰ ਕਹਿੰਦੇ ਆ। ਅਜੇ ਮਿਸ਼ਰਾ ਸਭ ਤੋਂ ਪਹਿਲਾਂ ਤਾਂ ਅਜੇ ਮਿਸ਼ਰਾ ਨੂੰ ਉਹਦੇ ਗ੍ਰਹਿ ਜਿਹੜਾ ਵਿਭਾਗ ਉਹਨੂੰ ਦਿੱਤਾ ਹੈ, ਉਪ ਹੋਮ ਮਿਨਿਸਟਰੀ ਹੈ ਜਿਹੜੀ ਭਾਰਤ ਦਾ ਗ੍ਰਹਿ ਉਹਦੇ ਤੋਂ ਉਹਨੂੰ ਲਵਾਉਣਾ ਚਾਹੀਦਾ। ਲਾਓ ਕਿਉਂਕਿ ਗ੍ਰਹਿ ਵਿਭਾਗ ਦੇ ਅੰਡਰ ਸਾਰੀਆਂ ਏਜੰਸੀਆਂ ਹੁੰਦੀਆਂ ਨੇ, ਸਾਰੀ ਪੁਲਿਸ ਹੁੰਦੀ ਹੈ, ਤਾਂ ਉਹ ਇਨਸਾਫ ਕਿਵੇਂ ਦੇਣਗੇ ਸਾਨੂੰ? ਪਹਿਲਾਂ ਤਾਂ ਉਹਨੂੰ ਲਵਾਉਣ ਦੀ ਡਿਮਾਂਡ। ਉਸ ਤੋਂ ਬਾਅਦ ਜਦੋਂ 302 ਦਾ ਪਰਚਾ ਹੋ ਗਿਆ ਤਾਂ ਫਿਰ ਗ੍ਰਿਫਤਾਰੀ ਲਈ 8 ਦਿਨ ਦਾ ਸਮਾਂ ਕਿਉਂ? ਫਿਰ ਗ੍ਰਿਫਤਾਰੀ ਲਈ 8 ਤਰੀਕ ਦਾ ਸਮਾਂ ਕਿਉਂ? ਇਮੀਡੀਏਟਲੀ ਗ੍ਰਿਫਤਾਰੀ ਹੋਣੀ ਚਾਹੀਦੀ। ਉਹ ਤਾਂ ਬੈਠਾ ਚੈਨਲਾਂ ਤੇ ਦਬਕੇ ਮਾਰ ਰਿਹਾ, ਇੰਟਰਵਿਊ ਕਰ ਰਿਹਾ, ਉਹ ਕੋਈ ਲੁਕਿਆ ਥੋੜ੍ਹਾ ਹੋਇਆ। ਉਹਦੀ ਗ੍ਰਿਫਤਾਰੀ ਦਾ ਟਾਈਮ ਕਿਉਂ? ਕਿਉਂਕਿ ਇਹ ਗ੍ਰਹਿ ਵਿਭਾਗ ਆ, ਇਹਨਾਂ ਕੋਲ ਇਹਨਾਂ ਨੇ ਜਾਂਚ ਦੇ ਵਿੱਚ ਕਹਿ ਦੇਣਾ ਜੀ ਐਕਸੀਡੈਂਟ ਹੋਇਆ, ਐਕਸੀਡੈਂਟ 'ਚ ਲੱਗਦੀ ਹੈ 304 ਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ, ਬਾਹਰੋਂ ਬਾਹਰ ਵੀ ਜ਼ਮਾਨਤ ਹੋ ਜਾਂਦੀ ਹੈ, ਕੋਈ ਸਜ਼ਾ ਨਹੀਂ ਹੋਣੀ। ਗੋਲੀ ਵੱਜੀ ਦੀ 302, ਉਹਦੇ ਲਈ ਉਹਦੀ ਗ੍ਰਿਫਤਾਰੀ ਇਮੀਡੀਏਟਲੀ। ਜਦੋਂ ਗੋਲੀ ਗੋਲੀ ਵੱਜੀ ਹੈ, ਬੰਦਾ ਸ਼ਹੀਦ ਹੋ ਗਿਆ, ਉਹਦੀ ਪੋਸਟਮਾਰਟਮ ਗਲਤ ਰਿਪੋਰਟ ਦੇ ਰਿਹਾ, ਉਹਦੀ ਪੋਸਟਮਾਰਟਮ ਜਿਹੜਾ ਉਹਦਾ ਹੋਣਾ ਚਾਹੀਦਾ ਹੈਗਾ ਦਿੱਲੀ
ਵੱਡੇ ਹਸਪੀਟਲ ਤੋਂ, ਏਮਸ ਤੋਂ, ਪੀਜੀਆਈ ਤੋਂ, ਚੰਡੀਗੜ੍ਹ ਤੋਂ ਜਾਂ ਹੋਰ ਉੱਥੋਂ ਹੋਣਾ ਚਾਹੀਦਾ, ਯੂਪੀ ਤੋਂ ਬਾਹਰ। ਉਸ ਤੋਂ ਬਾਅਦ ਇਹ ਸਾਡਾ ਇਹ ਪ੍ਰੋਟੈਸਟ ਕਿ ਉਹਨੂੰ ਗ੍ਰਹਿ ਵਿਭਾਗ ਤੋਂ ਅਸਤੀਫਾ ਦੇਵੇ। ਉਸ ਤੋਂ ਬਾਅਦ ਇਮੀਡੀਏਟਲੀ ਮੋਨੂ ਦੀ ਗ੍ਰਿਫਤਾਰੀ। ਉਸ ਤੋਂ ਬਾਅਦ ਫਿਰ ਜਾਂਚ ਹੈ ਜਿਹੜੀ CBI ਤੋਂ, ਕਿਸੇ ਤੋਂ ਵੀ। ਪਹਿਲੀ ਗੱਲ ਤਾਂ ਜਾਂਚ ਤਾਂ ਹੋਵੇ ਜੇ ਗੋਲੀ ਨਾ ਵੱਜੀ ਹੋਵੇ। ਸ਼ਰੇਆਮ ਵੀਡੀਓ ਆ ਗਈ ਉੱਤੇ ਚਾੜ੍ਹਦੇ ਦੀ ਵੀ ਅਟੈਂਸ਼ਨ ਲਈ ਗੱਡੀਆਂ ਵੀ ਸਾਰੇ ਬੰਦੇ ਰਗੜੇ ਆ। ਦੂਜਾ ਗੋਲੀ ਮਾਰੀ ਆ, ਫਿਰ ਤਾਂ ਜਾਂਚ ਦਾ ਕੋਈ ਵਿਸ਼ੇ ਨਹੀਂ ਬਣਦਾ। ਸਿੱਧੀ ਗ੍ਰਿਫਤਾਰੀ ਹੋ ਕੇ, ਚਾਰਜ ਸ਼ੀਟ ਫਾਈਲ ਹੋ ਕੇ ਅੰਦਰ, ਤੇ ਕੇਸ ਚੱਲੇ। ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚੱਲੇ ਤੇ ਨਾਲ ਦੀ ਨਾਲ ਉਮਰ ਕੈਦ ਜਾਂ ਫਾਂਸੀ ਹੋਣੀ ਚਾਹੀਦੀ ਹੈ। ਬੇਰਹਿਮੀ ਨਾਲ ਕਿਸਾਨਾਂ ਨੂੰ ਸ਼ਹੀਦ ਕੀਤਾ। ਤਾਂ ਇਹ ਮੇਰੀ ਬੇਨਤੀ ਹੈ ਕਿ ਐਡਾ ਕੱਚਾ ਫੈਸਲਾ ਨਾ ਕਰੋ 8 ਦਿਨਾਂ ਦੇ ਵਿੱਚ ਲੋਕਾਂ ਦਾ, ਕਿ ਉਦੋਂ ਬਾਅਦ ਇਹ ਜਾਂਚ 'ਚ ਹੇਰ-ਫੇਰ ਕਰ ਦੇਣਗੇ। ਠੀਕ ਹੈ ਨਾ। ਜਿਹੜਾ ਹੈਗਾ ਮੁਆਵਜ਼ਾ ਤਾਂ ਇਹਨਾਂ ਨੇ ਦੇਣਾ ਹੀ ਦੇਣਾ ਹੈ, ਕਿਉਂਕਿ ਇਹਨਾਂ ਨੇ ਆਪਦੇ ਬੰਦਿਆਂ ਨੂੰ ਦਿਵਾਉਣਾ ਹੈ। ਨੌਕਰੀਆਂ ਆਪਦੇ ਬੰਦਿਆਂ ਨੂੰ ਵੀ ਦਿਵਾਉਣੀਆਂ ਨੇ ਜਿਹੜੇ ਉਹ ਗੱਡੀ ਥੱਲੇ ਦੱਬ ਕੇ ਮਰੇ ਨੇ। ਠੀਕ ਹੈ ਨਾ। ਮਤਲਬ ਇਹਦਾ ਫੈਸਲਾ ਸਹੀ ਕਰੋ। ਰਿਕਵੈਸਟ ਕੈਦ ਜੀ, ਇਹ ਤੁਸੀਂ ਗਲਤ ਨਾ ਕੋਈ ਫੈਸਲਾ ਕਰੋ। ਓਬਵੀਅਸਲੀ ਦਬਾਅ ਤਾਂ ਨਹੀਂ ਮੈਂ ਕਹਿ ਸਕਦਾ ਕਿ ਤੁਹਾਡੇ 'ਤੇ ਹੋਊਗਾ। ਜੇ ਦਬਾਅ ਆ ਤਾਂ ਉਹ ਦਬਾਅ ਨੂੰ ਛੱਡੋ, ਸਾਰੀ ਦੁਨੀਆ ਤੁਹਾਡੇ ਨਾਲ ਹੈ। ਤੇ ਜੇ ਕਈ ਵਾਰ ਆਉਂਦਾ ਕਿ ਆਪਦੀ ਸਮਝ ਦੇ ਮੁਤਾਬਕ ਆਪਾਂ ਫੈਸਲਾ ਕਰਦੇ ਹਾਂ, ਪਰ ਇੰਨੇ ਤੁਸੀਂ ਨਾ ਸਮਝ ਨਹੀਂ ਹੋ, ਸਿਆਣੇ ਹੋ, ਤਜਰਬੇ ਜ਼ਿੰਦਗੀ ਦੇ ਹੋਣਗੇ। ਸਭ ਤੋਂ ਵੱਡੀ ਗੱਲ ਹੈ ਕਿ ਸੰਗਤ ਦੀ ਡਿਮਾਂਡ ਹੈ ਕਿ ਯਾਰ ਅਗਲਾ ਤਾਂ ਕੁਰਸੀ ਦੇ ਉੱਤੇ ਬੈਠਾ, ਐਡਾ ਵੱਡਾ ਜ਼ੁਲਮ ਕਰਕੇ ਉਹ ਤਾਂ ਕੁਰਸੀ 'ਤੇ ਡਟਿਆ ਬੈਠਾ ਅਜੇ ਮਿਸ਼ਰਾ, ਉਹਨੂੰ ਕੁਰਸੀ ਤੋਂ ਲਵਾਓ। ਉਹਦਾ ਮੁੰਡਾ ਦਬਕੇ ਮਰੀ ਜਾਂਦਾ। ਗੋਦੀ ਮੀਡੀਆ, ਭਾਰਤ ਦਾ ਮੀਡੀਆ ਕਿਸਾਨਾਂ ਅਗੇਂਸਟ, BJP ਕਿਸਾਨਾਂ ਅਗੇਂਸਟ, ਮੋਦੀ ਕਿਸਾਨਾਂ ਅਗੇਂਸਟ। ਫਿਰ ਉੱਤੇ ਉਹ ਕੁਰਸੀ ਦੇ ਉੱਤੇ ਬਹਿ ਕੇ ਸਾਨੂੰ ਇਨਸਾਫ ਕਿਵੇਂ ਦੇ ਦੇਣਗੇ? ਉਹ ਹਟਾਓ। ਉਸ ਤੋਂ ਬਾਅਦ ਵੀ ਜੋਗੀ ਤਾਂ ਉੱਥੇ ਕੰਗਣਾ ਰਣੌਤ ਨੂੰ ਮਿਲ ਰਿਹਾ, ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਕੱਢਿਆ ਜ਼ੁਬਾਨ 'ਚੋਂ ਨਾ। ਮੋਦੀ ਉੱਥੇ ਉਦਘਾਟਨ ਕਰਦਾ ਫਿਰਦਾ ਵੋਟਾਂ ਨੂੰ ਦੇਖ ਕੇ, ਉਹ ਸਾਡੇ ਸਕੇ ਕਿੱਥੋਂ ਨੇ? ਸੋ ਇਹ ਗੱਲ ਮੇਰੀ ਸਾਡੀ ਬੇਨਤੀ ਹੈ। ਦੂਸਰੀ ਗੱਲ ਮੈਂ ਕਹਿਣ ਲੱਗਿਆ, ਉਹਨਾਂ ਲਾਹਣਤੀ ਲੋਕਾਂ ਨੂੰ, ਕੁਝ ਕੁ ਬਾਹਰ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਆ, ਜਿਹੜੇ ਹਰ ਟਾਈਮ ਕਿਸਾਨ ਆਗੂਆਂ ਨੂੰ ਨਿੰਦਦੇ ਰਹਿੰਦੇ ਆ। ਜੇ ਤਾਂ ਸ਼ਾਂਤੀ ਨਾਲ ਬੈਠੇ, ਇਹ ਤਾਂ ਸ਼ਾਂਤੀ ਵਾਲੇ ਨੇ, ਹਿੱਕ 'ਚ ਵੱਜੋ। ਜੇ ਕੋਈ ਸ਼ਹੀਦ ਹੋ ਜਾਂਦਾ ਹਿੱਕ 'ਚ ਵੱਜਦੇ ਟਾਈਮ, ਫਿਰ ਇਹ ਕਹਿ ਦਿੰਦੇ ਨਹੀਂ ਜੇ ਸਾਡੇ ਮੁੰਡੇ ਬਰਬਾਦ ਤੇ। ਯਾਰ ਤੁਸੀਂ ਹੈ ਕਿਹੜੇ ਪਾਸੇ ਹੋ? ਸਿਰਫ ਨਿੰਦਦੇ ਹੋ, ਸਿਰਫ ਤੁਹਾਨੂੰ ਨਿੰਦਿਆ ਆਉਂਦੀ ਹੈ। ਇਹ ਕਹਿੰਦੇ, ਮੈਂ ਬਹੁਤ ਪੋਸਟਾਂ ਦੇਖੀਆਂ, ਕਿਸਾਨ ਆਗੂ ਨੂੰ ਕਿਉਂ ਨਹੀਂ ਕਿਸੇ ਨੂੰ ਕੁਛ ਹੁੰਦਾ। ਪਹਿਲੀ ਗੱਲ, ਇਸ ਘਟਨਾ ਦੇ ਵਿੱਚ ਤਜਿੰਦਰ ਸਿੰਘ ਵਿਰਕ, ਉਸ ਇਲਾਕੇ ਦੇ ਜਿਹੜੇ ਕਿਸਾਨ ਆਗੂ ਨੇ ਸਭ ਤੋਂ ਮੇਨ, ਉਹਨਾਂ ਦੇ ਰੀੜ੍ਹ ਦੀ ਹੱਡੀ ਤੇ ਸਿਰ 'ਚ ਬਹੁਤ ਸੱਟ ਵੱਜੀ ਹੈ, ਸੀਰੀਅਸ ਕੰਡੀਸ਼ਨ 'ਚ ਨੇ। ਠੀਕ ਹੈ। ਉਹਨਾਂ ਨੂੰ ਦਿੱਲੀ ਰੈਫਰ ਕੀਤਾ ਹੋਇਆ। ਜਿਹੜੇ ਤੁਸੀਂ ਕਹਿੰਦੇ ਹੋ ਕਿਸਾਨ ਆਗੂ ਨੂੰ ਕਿਸੇ ਨੂੰ ਕਿਉਂ ਨਹੀਂ ਕੁਛ ਹੁੰਦਾ, ਤਾਂ ਉੱਥੋਂ ਦੇ ਮੇਨ ਕਿਸਾਨ ਆਗੂ ਜਿਨ੍ਹਾਂ ਦੀ ਕਾਲ 'ਤੇ ਇਕੱਠ ਹੋਇਆ ਸੀ, ਜਿਨ੍ਹਾਂ ਦੀ ਕਾਲ 'ਤੇ ਵਿਰੋਧ ਸੀ, ਉਹਨਾਂ ਦੇ ਬਹੁਤ ਸੱਟਾਂ ਵੱਜੀਆਂ ਨੇ। ਕਿ ਹੁਣ ਜੇ ਉਹ ਸ਼ਹੀਦ ਹੋ ਜਾਂਦੇ ਫੇਰ ਹੀ ਤੁਸੀਂ ਕੁਰਬਾਨੀ ਮੰਨਦੇ। ਠੀਕ ਹੈ ਨਾ। ਅਗਲਿਆਂ ਨੇ ਤਾਂ ਟੈਨਸ਼ਨ ਨਾਲ ਹਮਲਾ ਹੀ ਉਹਨਾਂ 'ਤੇ ਕੀਤਾ। ਸੋ ਆਹ ਚਵਲਾ ਨਾ ਮਾਰਿਆ ਕਰੋ। ਵਿਰੋਧ ਕਰਨਾ ਭਾਰਤ ਸਰਕਾਰ ਦਾ, ਤੁਸੀਂ ਆਏ ਚੜ੍ਹ ਕੇ ਆ ਜਾਂਦੇ ਹੋ ਕਿਸਾਨ ਆਗੂਆਂ 'ਤੇ। ਠੀਕ ਹੈ ਨਾ। ਵੀ ਇਹ ਆਪਦੀਆਂ ਆਹ ਹਰਕਤਾਂ ਨਾ ਕਰੋ ਕਿ ਹੁਣ ਕਿੱਥੇ ਨੇ। ਫਿਰ ਤੁਸੀਂ ਦੱਸ ਦਿਓ ਕਿਹੜੇ ਮਸਲੇ ਨੇ। ਜੇ ਤਾਂ ਬੈਠੇ ਆ ਫਿਰ ਤੁਸੀਂ ਬੈਠੇ ਕਿਉਂ? ਜੇ ਕਿਸੇ ਦਾ ਵਿਰੋਧ ਕਰਦੇ ਆ ਫਿਰ ਤੁਸੀਂ ਮੁੰਡੇ ਮਰਵਾ। ਯਾਰ ਕਿਹੜੀ ਗੱਲਾਂ ਕਰਦੇ ਹੋ ਯਾਰ? ਸਾਡੇ ਵੱਲੋਂ ਅਟੈਕ ਨਹੀਂ ਹੁੰਦੇ। ਤੁਸੀਂ ਦੱਸ ਦਿਓ ਕਿਹੜੀ ਹਥਿਆਰ, ਤੁਸੀਂ ਕਿਹੜੀ ਲੜਾਈ ਭਾਲਦੇ ਹੋ, ਕਿਵੇਂ ਦੀ ਲੜਾਈ ਭਾਲਦੇ ਹੋ? ਤੁਹਾਡਾ ਸੁਝਾਅ ਕੋਈ ਆਉਂਦਾ ਹੈ? ਸਿਰਫ ਨਿੰਦਿਆ ਰਗੜੇ ਮੋਦੀ ਸਰਕਾਰ ਨੂੰ ਲਾਓ, ਨਾ ਕਿ ਆਗੂਆਂ ਨੂੰ। ਠੀਕ ਹੈ ਨਾ। ਫਿਰ ਜਿਹੜੇ ਕਹਿੰਦੇ ਸੀ, ਜਿਨ੍ਹਾਂ ਨੇ ਕੱਲ ਬਹੁਤ ਕੀਤਾ ਵੀ ਇਮੀਡੀਏਟਲੀ ਜਿਹੜਾ ਹੈਗਾ ਵੀ ਸਾਰੇ ਕਿਸਾਨ ਆਗੂ ਜਾ ਰਹੇ ਆ ਯੂਪੀ ਨੂੰ, ਤੇ ਜਿਹੜੇ ਆਲੇ ਦੁਆਲੇ ਆ ਉਹ ਵੀ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਸਾਰਾ ਭਾਰਤ ਤਾਂ ਉੱਥੇ ਜੁੜ ਨਹੀਂ ਸੀ ਜਾਣਾ, ਕਿ ਸਾਰੇ ਭਾਰਤ ਦੇ ਕਿਸਾਨ ਜਿੱਥੇ ਜਿੱਥੇ ਵਿਰੋਧ ਆ ਵੀ DC ਦਫ਼ਤਰ। ਸਾਡਾ ਦੇਸ਼ ਕੋਈ ਤਾਲਿਬਾਨ ਨਹੀਂ ਹੈ, ਸਾਡੇ ਦੇਸ਼ 'ਚ ਕਾਨੂੰਨ ਹੈ, ਤਾਲਿਬਾਨ ਨਹੀਂ ਹੈ ਵੀ ਕੁਛ ਵੀ ਕਰ ਦਿਓ। ਉਹਦੇ ਲਈ ਹੈ ਕਿ DC ਨੂੰ ਮੰਗ ਪੱਤਰ ਦਿਓ ਕਿ ਇਹਨੂੰ ਗ੍ਰਹਿ ਵਿਭਾਗ ਤੋਂ ਲਾਓ ਤੇ ਇਹਨਾਂ ਨੂੰ ਸਜ਼ਾਵਾਂ ਦਿਓ, ਇਹਨਾਂ ਨੂੰ ਗ੍ਰਿਫਤਾਰ ਕਰੋ। ਜੇ ਹੁਣ ਕਿਸਾਨ ਆਗੂ ਇਹ ਕਹਿੰਦੇ ਵੀ ਭਾਰਤ ਬੰਦ ਕਰ ਦਿਓ, ਉਹਦੇ 'ਚ ਕੀ ਹੈ? ਸਰਕਾਰਾਂ ਆਪਦੀਆਂ ਏਜੰਸੀਆਂ ਦੇ ਬੰਦੇ ਵਾੜ ਕੇ ਤੋੜ ਫੋੜ ਕਰਦੀ, ਸਰਕਾਰੀ ਬੱਸਾਂ ਨੂੰ ਅੱਗਾਂ ਲੱਗਦੀਆਂ, ਟ੍ਰੇਨਾਂ ਨੂੰ ਅੱਗਾਂ ਲੱਗਦੀਆਂ, ਸਰਕਾਰੀ ਬਿਲਡਿੰਗਾਂ ਨੂੰ ਅੱਗਾਂ ਲੱਗਦੀਆਂ, ਪ੍ਰਾਈਵੇਟ ਗੱਡੀਆਂ ਨੂੰ ਅੱਗਾਂ ਲੱਗਦੀਆਂ। ਇਸੇ 'ਚ ਉਹਨਾਂ ਨੇ ਲਾ ਕੇ ਐਮਰਜੈਂਸੀ ਚੱਕ ਕੇ ਅੰਦੋਲਨ ਭਰਾ ਮਾਰਨਾ ਸੀ ਕਿ ਜੀ ਦੰਗੇ ਹੋ ਗਏ। ਠੀਕ ਹੈ। ਫਿਰ ਕੀ ਹੋਣਾ ਸੀ? ਨਾਲੇ ਤਾਂ ਲੱਖਾਂ ਹਜ਼ਾਰਾਂ ਪੁੱਤ ਮਰਦੇ, ਨਾਲੇ ਆਪਾਂ ਨੂੰ ਹਾਸਲ ਕੁਛ ਨਹੀਂ ਸੀ ਹੋਣਾ। ਜਿਹੜੇ ਇੰਨੇ 8-10 ਮਹੀਨਿਆਂ ਦੀ ਮਿਹਨਤ ਉਹ ਵੀ ਜਾਂਦੀ। ਅੱਜ ਭਾਰਤ ਸਰਕਾਰ ਤੇ ਦਬਾਅ ਨਹੀਂਗਾ, ਉਹਦੇ ਕਰਕੇ ਆਹ ਹਰਕਤਾਂ ਕਰ ਰਹੇ ਆ। ਬੁਖਲਾੜ ਦੇ ਵਿੱਚ ਹੀ ਹਰਕਤਾਂ ਕਰਦੇ ਆ।
ਤਾਂ ਉਹਦੇ 'ਚ ਸੀਗੀ ਡੀਸੀ ਦਫ਼ਤਰਾਂ 'ਚ ਬਹਿ ਕੇ ਨਾਲੇ ਦਾ ਆਪਦੇ ਮਨ ਦੇ ਜਿਹੜਾ ਗੁੱਸਾ ਭੜਾਸ ਨਿਕਲ ਜਾਂਦੀ, ਨਾਲੇ ਉਹ ਇੱਕ ਕਾਨੂੰਨ ਦੀ ਪ੍ਰਕਿਰਿਆ 'ਚ ਰਹਿ ਕੇ ਡਿਸਪਲਿਨ ਦੇ ਵਿੱਚ ਸਾਡਾ ਮੰਗ ਪੱਤਰ ਦਬਾਅ ਬਣਦਾ। ਤੇ ਜਿਹੜਾ ਉੱਥੇ ਦਾ ਇਕੱਠ ਹੋਣਾ ਹੀ ਹੋਣਾ ਲੱਖਾਂ ਹਜ਼ਾਰਾਂ ਦਾ, ਉਹ ਤਾਂ ਜਾ ਹੀ ਰਹੇ ਆ ਕਿ ਜਾਂ ਹੁਣ ਤੁਸੀਂ ਕਹਿੰਦੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਈਏ, ਇਹ ਪੋਸੀਬਲ ਹੈ? ਇਹ ਕੋਈ ਤਾਲਿਬਾਨ ਹੈ? ਤੇ ਜਿਹੜੇ ਗੋਲੀਆਂ ਵਰਦੇ ਆ ਕੋਈ ਜਿਹੜੇ ਬਾਹਰ ਗੱਲਾਂ ਕਰਦੇ ਆ, ਜਦੋਂ ਕੋਈ ਬਾਹਰ ਲੀਡਰ ਜਾਂਦਾ ਉਦੋਂ ਫਿਰ ਗੋਲੀ ਮਾਰ ਦਿਆ ਕਰੋ। ਜਿਨ੍ਹਾਂ ਨੂੰ ਐ ਨਾ ਕਿ ਹਿੱਕ 'ਚ ਵੱਜੋ, AK-47 ਚੁੱਕ ਕੇ ਹਿੱਕਾਂ 'ਚ ਵੱਜੋ, ਉਹ ਭਰਾਵਾਂ ਨੂੰ ਪਹਿਲਾਂ ਇਹ ਬੇਨਤੀ ਕਰਨਾ ਵੀ ਉਹ ਤੁਸੀਂ ਅਮਰੀਕਾ ਜਾਂ ਕੈਨੇਡਾ ਕਿਉਂ ਬੈਠੇ ਹੋ? ਕਿਉਂਕਿ ਉੱਥੋਂ ਹੀ ਵੱਧ ਵਿਰੋਧ ਕਰਦੇ ਆ ਜਿਹੜੇ ਆਪਣੇ ਆਪ ਨੂੰ ਗਰਮ ਦਲੀਏ ਕਹਿੰਦੇ ਆ। ਤੁਸੀਂ ਫਿਰ ਇੱਥੇ ਤਾਲਿਬਾਨ ਜਾਂਦੇ, ਅਫਗਾਨਿਸਤਾਨ ਜਾਂਦੇ, ਪਾਕਿਸਤਾਨ ਜਾਂਦੇ, ਤੁਸੀਂ ਕੈਨੇਡਾ ਅਮਰੀਕਾ ਕਿਉਂ ਬੈਠੇ ਹੋ, ਇੰਗਲੈਂਡ ਕਿਉਂ ਬੈਠੇ ਹੋ? ਯਾਰ ਕਾਨੂੰਨ ਦੇ ਅੰਡਰ ਸਿਸਟਮ ਕੋਈ ਐਂ ਥੋੜਾ ਵੀ ਜ਼ੁਲਮ ਕਰ ਦੋ ਯਾਰ ਹਥਿਆਰ ਚੱਕ ਕੇ। ਤੇ ਹਥਿਆਰਾਂ ਵਾਲੀ ਲੜਾਈ ਨਾਲ ਦੇਖੋ, ਹਥਿਆਰਾਂ ਦੀ ਲੜਾਈ 3 ਤਰ੍ਹਾਂ ਦੀ ਹੁੰਦੀ ਆ ਜ਼ਿੰਦਗੀ 'ਚ। ਲੜਾਈ 3 ਤਰ੍ਹਾਂ ਦੀ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਸਮਝਦੇ ਆ ਸਾਰੇ ਮੋਟੀ ਉੱਦਾਂ ਦਾ ਬਹੁਤ ਤਰ੍ਹਾਂ। ਇੱਕ ਤਾਂ ਹੁੰਦਾ ਵੀ ਸਿੱਧਾ ਆਮਣੇ ਸਾਹਮਣੇ ਟੱਕਰ, ਜਿਵੇਂ ਕੰਟਰੀ ਟੂ ਕੰਟਰੀ, ਜਿਵੇਂ ਅਫਗਾਨਿਸਤਾਨ ਤਾਲਿਬਾਨ, ਜਾਂ ਆਪਣਾ ਪਿੱਛੇ ਜਿਹੜਾ ਹੈਗਾ ਫਿਲਿਸਤੀਨੀਆਂ ਦਾ ਚੱਕਰ ਪਿਆ, ਜਾਂ ਤਾਂ ਉਵੇਂ ਕੰਟਰੀ ਟੂ ਕੰਟਰੀ ਫੌਜ ਨਾਲ ਫੌਜ ਜਿਵੇਂ ਭਿੜਦੀ ਹੈ, ਆਪਣੇ ਕੋਲ ਤਾਂ ਫੌਜ ਨਹੀਂ। ਜਾਂ ਫਿਰ ਅੰਡਰਗਰਾਊਂਡ ਆਪਾਂ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਕਿੰਨੇ ਸਾਲ ਅੰਡਰਗਰਾਊਂਡ ਲੜਾਈ ਰਹੀ ਹੈ ਹਥਿਆਰਬੰਦੀ, ਕੀ ਹਾਸਲ ਹੋਇਆ ਉਸ ਤੋਂ ਬਾਅਦ? ਚਲੋ ਇਹ ਵਿਸ਼ਾ ਹੋਰ ਆ ਤੇ ਇਹਦੇ ਤੇ ਵੀ ਬਹੁਤ ਗੱਲਾਂ ਨੇ, ਕਿਵੇਂ ਸਰਕਾਰਾਂ ਫਿਰ ਚਾਲਾਂ ਚੱਲਦੀਆਂ ਕਿਵੇਂ। ਇਹਦੀ ਐਗਜ਼ਾਮਪਲ ਦੇਖ ਲਈ ਆਪਾਂ, ਝਾਰਖੰਡ ਦੇ ਵਿੱਚ ਮਾਓਵਾਦੀ ਹੁਣ ਤੱਕ ਅੰਡਰਗਰਾਊਂਡ ਰਹਿ ਕੇ ਹਥਿਆਰਬੰਦੀ ਲੜਾਈ ਲੜ ਰਹੇ ਆ, ਕੀ ਹਾਸਲ ਹੋ ਰਿਹਾ? ਇੱਕ ਹੁੰਦਾ ਅੰਦੋਲਨ ਕਰਕੇ, ਅੰਦੋਲਨ ਹੁੰਦਾ ਕਿ ਸਰਕਾਰੇ ਤੂੰ ਸਾਡੇ ਤੇ ਕਰ ਜ਼ੁਲਮ, ਅਸੀਂ ਸਮਾਂਗੇ ਜਿੰਨਾ ਚਿਰ ਬੈਠੇ ਆ ਬੈਠੇ ਆ ਰੋਕ ਕੇ, ਆ ਬੈਠੇ ਆ ਬਾਹਰ। ਉਹਦੇ ਵਿੱਚ ਕੀ ਹੁੰਦਾ, ਕਿਸੇ ਵੀ ਲੜਾਈ ਦੇ ਵਿੱਚ ਕੀ ਹੁੰਦਾ, ਜਦੋਂ ਕੋਈ ਜਿਹੜੀ ਧਿਰ ਆਪਣਾ ਸਬਰ ਖਤਮ ਕਰ ਜੂਗੀ, ਆਪਣਾ ਪੇਸ਼ੈਂਸ ਲੈਵਲ ਖਤਮ ਕਰ ਜੂਗੀ, ਉਗਰ ਹੋ ਜੂਗੀ, ਭੜਕਾ ਚ ਆ ਜੂਗੀ, ਉਹ ਧਿਰ ਹਮੇਸ਼ਾ ਹਾਰਦੀ ਹੈ। ਜਿਹਦੇ 'ਚ ਸਬਰ ਹੈ, ਪੇਸ਼ੈਂਸ ਹੈ, ਉਹਦੇ ਤੇ ਮਤਲਬ ਵੀ ਠਹਿਰਾਵ ਹੈ, ਉਹ ਹਮੇਸ਼ਾ ਜਿੱਤੂ। ਤੇ ਅਸੀਂ ਜਿੱਤ ਵੱਲ ਹਾਂ। ਕਿਉਂ? ਖੱਟੜ ਕਹਿ ਰਿਹਾ ਇਹਨਾਂ ਦੇ ਵਿੱਚ ਰਲ ਕੇ ਡਾਂਗਾ ਮਾਰੋ, ਇਹ ਬੁਖਲਾੜ ਦੀ ਨਿਸ਼ਾਨੀ ਹੈ। ਇੱਥੇ ਕਿੰਨੇ ਵਜੇ ਗੋਲੀ ਮਾਰੋ ਸਾਲੋ ਕੋ, ਇਹ ਬੁਖਲਾਟ ਦੀ ਨਿਸ਼ਾਨੀ ਹੈ। ਆ ਗੱਡੀਆਂ ਚਾੜਤੀਆਂ, ਕਤਲੇਆਮ ਕਰਤਾ ਕਿਸਾਨਾਂ ਦਾ, ਇਹ ਬੁਖਲਾਟ ਦੀ ਨਿਸ਼ਾਨੀ ਹੈ। ਇਹ ਹਾਰਿਆਂ ਹੋਇਆਂ ਦੀ, ਇਹ ਰੋਂਡੀ ਪਿੱਟਣ ਵਾਲਿਆਂ ਦੀ ਨਿਸ਼ਾਨੀ ਹੈ। ਇਸ ਲਈ ਅਸੀਂ ਜਿਹੜੇ ਸ਼ਹੀਦ ਹੋਇਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਐ ਨਹੀਂ ਜਾਣ ਦੇਣਾ, ਬਿੱਲ ਰੱਦ ਕਰਾ ਕੇ ਇਹਨਾਂ ਦੇ ਗੋਡਾ ਰੱਖਣਾ, ਤੇ ਉਦੋਂ ਹੀ ਉਹਨਾਂ ਨੂੰ ਮਨਾਂ ਨੂੰ ਸ਼ਾਂਤੀ ਮਿਲੂਗੀ, ਪਲੱਸ ਇਹਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣੀ। ਉਹਦੇ ਲਈ ਸਾਨੂੰ ਸਬਰ, ਠੀਕ ਹੈ, ਸਾਨੂੰ ਹਿੰਮਤ, ਦ੍ਰਿੜਤਾ, ਸਭ ਤੋਂ ਵੱਡੀ ਗੱਲ ਸਬਰ ਤੇ ਠਰਮੇ ਨਾਲ ਕੰਮ, ਜੋ ਕਿ ਹੋ ਰਿਹਾ। ਤੁਸੀਂ ਐਂ ਦੱਸੋ ਵੀ DC ਦਫ਼ਤਰ ਘੇਰਨੇ, ਪੰਜਾਬ ਨੂੰ ਮਤਲਬ ਦੇਸ਼ ਨੂੰ ਬੰਦ ਕਰਨਾ, ਧਰਨਾ ਲਾਉਣਾ, ਇਸ ਤੋਂ ਬਿਨਾਂ ਦੱਸੋ ਕੀ ਕਰ ਸਕਦੇ ਆ? ਹੱਲ ਦੱਸੋ ਨਾ। ਫਿਰ ਜੇ ਤੁਸੀਂ ਕਹਿੰਦੇ ਹੋ ਹਥਿਆਰਬੰਦ ਲੜਾਈ ਲੜੋ, ਤਾਂ ਤੁਸੀਂ ਲੱਗੋ, ਤੁਹਾਡਾ ਵੀ ਕੋਈ ਗਰੁੱਪ ਹੋਊਗਾ ਇੱਥੇ ਤੁਹਾਡੇ ਕੋਲ, ਤੁਸੀਂ ਉਹ ਹਥਿਆਰ ਚੱਕੋ, ਲੜੋ। ਜੇ ਲੋਕਾਂ ਨੂੰ ਲੱਗੂਗਾ ਤੁਹਾਡੇ ਵਾਲੀ ਲੜਾਈ ਸਹੀ ਹੈ, ਤਾਂ ਲੋਕ ਉਧਰ ਨੂੰ ਨਾਲ ਲੱਗ ਜਾਣਗੇ। ਪਰ ਯਾਰ ਸਿਰਫ ਨਿੰਦੀ ਜਾਣਾ, ਅਸੀਂ ਵੀ ਦਿੰਦੇ ਹਾਂ। ਹੁਣ ਇਹ ਤਾਂ ਮੈਂ ਕਿਹਾ ਨਾ ਕਿ ਫੈਸਲਾ ਸਹੀ ਕਰੋ, ਐਵੇਂ ਕਿੰਨੀ ਵਾਰ ਸਟੇਜਾਂ ਤੋਂ ਵੀ ਕਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਆਗੂ ਜਿਨ੍ਹਾਂ ਨੇ ਤਾਂ ਸਾਨੂੰ ਇਹ ਬਿੱਲਾਂ ਬਾਰੇ ਦੱਸਿਆ, ਜਿਨ੍ਹਾਂ ਨੇ ਸਾਨੂੰ ਠਾਇਆ ਸੁੱਤਿਆਂ ਨੂੰ, ਉਹਨਾਂ ਨੂੰ ਭੰਡੀ ਜਾਈਏ। ਕਿਹੜਾ ਵਿਕ ਗਿਆ, ਕਿੱਥੇ ਵਿਕ ਗਿਆ, ਕਦੋਂ ਵਿਕ ਗਿਆ, ਕਿਵੇਂ ਵਿਕ ਗਿਆ, ਕਿੱਥੇ ਸਮਝੌਤਾ ਕਰ ਗਿਆ, ਕੀ ਸਮਝੌਤਾ ਕਰ ਗਿਆ, ਕਿਵੇਂ ਸਮਝੌਤਾ ਕਰ ਗਿਆ। ਰੌਣੀ ਰੰਡਾ ਪਿੱਟਦੇ ਰਹਿੰਦੇ ਹੋ, ਦੱਸੋ ਤਾਂ ਸੀ, ਉਹਦਾ ਕੋਈ ਦੱਸਤਾ ਦਿਓ ਕਿੱਥੇ ਕੀ ਹੋ ਗਿਆ। ਸਾਥ ਨਹੀਂ ਦੇਣਾ, ਘੱਟੋ ਘੱਟ ਵਿਰੋਧ ਕਰਨਾ ਭਾਰਤ ਸਰਕਾਰ ਦਾ ਕਰ ਲਓ। ਜੇ ਆਗੂਆਂ ਦਾ ਵਿਰੋਧ ਕਰਨਾ ਬਾਅਦ 'ਚ ਕਰ ਲਿਓ, ਜਦੋਂ ਵਾਪਸ ਆ ਗਏ ਵੀ ਆ ਇਹਨਾਂ ਨੇ ਕੀਤਾ ਮਾੜਾ। ਹੁਣ ਤਾਂ ਤੁਸੀਂ ਇਹਦਾ, ਜਦੋਂ ਤੁਸੀਂ ਕਿਸਾਨ ਆਗੂਆਂ ਦਾ, ਕਿਸਾਨ ਲੀਡਰਸ਼ਿਪ ਦਾ ਮੋਰਚਾ ਐ ਹੋ ਗਿਆ, ਇਹ ਖਿੰਡ ਗਿਆ, ਹੁਣ ਮੋਰਚਾ ਮੂੰਹ ਦੇ ਮੂੰਹ ਪੈ ਗਏ, ਜਦੋਂ ਇਹ ਗੱਲਾਂ ਕਰਦੇ ਹੋ, ਇਹਦੇ ਨਾਲ ਕਿਸਾਨਾਂ ਦੀ ਲੜਾਈ ਨੂੰ ਫਾਇਦਾ ਹੁੰਦਾ ਹੈ ਕਿ ਭਾਰਤ ਸਰਕਾਰ ਨੂੰ ਫਾਇਦਾ ਹੁੰਦਾ? ਆਪ ਜਵਾਬ ਦੇ ਦਿਓ। ਸੋ ਇੰਨੀ ਕੁ ਬੇਨਤੀ ਹੈ, ਸਾਥ ਦਿਓ। ਤੇ ਬਾਕੀ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਆ ਫੈਸਲਾ ਤੇ ਅੜ ਕੇ ਲੜ ਕੇ ਫੈਸਲਾ ਸਹੀ ਕਰਾਓ। ਇਹਦੇ ਲਈ ਮੋਰਚਾ ਜਿਹੜਾ ਉੱਥੇ ਹੀ ਪੱਕਾ ਲਾਓ। ਬਾਕੀ ਦਿੱਲੀ ਵੀ ਸੰਗਤ ਵਧੇ, ਇੱਥੋਂ ਵੀ ਪ੍ਰੈਸ਼ਰ ਬਣੇ ਕਿ ਇਹਨੂੰ ਗ੍ਰਹਿ ਮੰਤਰੀ ਨੂੰ ਲਾਓ
ਤੇ ਉਦੋਂ ਬਾਅਦ ਮੋਨੂ ਜਿਹੜਾ ਉਹਦਾ ਮੁੰਡਾ ਉਹਨੂੰ ਗ੍ਰਿਫਤਾਰ ਕਰੋ। 302 ਦਾ ਪਰਚਾ ਹੋਇਆ ਗੋਲੀ ਵੱਜੀ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਕਿਸੇ ਬਾਹਰ ਸਟੇਟ ਤੋਂ ਕਰਾਓ। ਉਸ ਤੋਂ ਬਾਅਦ ਤੇ ਨਾਲੇ ਜਿਹੜੀ ਫਿਰ ਬਿੱਲਾਂ ਦੀ ਲੜਾਈ ਪਹਿਲ ਦੇ ਆਧਾਰ ਤੇ ਸਾਡੀ ਇਹ ਚੱਲ ਹੀ ਰਹੀ ਹੈ। ਤੇ ਜੇ ਤੁਸੀਂ ਕਹਿੰਦੇ ਹੋ ਰਾਹ ਅਸੀਂ ਰੋਕੇ ਨੇ, ਸੁਪਰੀਮ ਕੋਰਟ ਨੇ, ਅਸੀਂ ਥੋੜਾ ਰਾਹ ਰੋਕੇ ਨੇ ਕਿਸਾਨਾਂ ਨੇ। ਕਿੱਲ ਬੈਰੀਗੇਟ ਉਹ ਕਿੰਨੇ ਗੱਡੇ ਨੇ? ਉਹ ਗੱਡੇ ਨੇ ਭਾਰਤ ਸਰਕਾਰ ਨੇ। ਉਹ ਪੱਟ ਦੇ, ਅਸੀਂ ਅੰਦਰ ਦਿੱਲੀ ਵੜ ਜਾਾਂਗੇ, ਮੋਦੀ ਦੇ ਘਰ ਦੇ ਬਾਹਰ ਬਹਿ ਜਾਾਂਗੇ, ਰਾਮਲੀਲਾ ਮੈਦਾਨ 'ਚ ਬਹਿ ਜਾਾਂਗੇ, ਪਾਰਲੀਮੈਂਟ ਅੱਗੇ ਬਹਿ ਜਾਾਂਗੇ। ਬੈਰੀਗੇਟ ਤਾਂ ਤੁਸੀਂ ਲਾਉਂਦੇ ਹੋ, ਅਸੀਂ ਤਾਂ ਸੜਕਾਂ ਤੋਂ ਜਾ ਰਹੇ ਹਾਂ। ਤੇ ਸੁਪਰੀਮ ਕੋਰਟ ਕਹਿੰਦੀ ਇਹ ਜੀ ਕਾਨੂੰਨ ਰੋਕ ਲੱਗੀ ਹੋਈ ਆ, ਤਾਂ ਫਿਰ ਮੋਰਚੇ ਕਾਦੇ? ਰੋਕ ਸਾਨੂੰ ਨਹੀਂ ਪਤਾ ਰੋਕ ਕੀ ਚੀਜ਼ ਹੈ। ਰੋਕ ਲੱਗੀ ਹੈ, ਜਦੋਂ ਅੰਦੋਲਨ ਖਤਮ ਹੋ ਜਾਊਗਾ ਤੁਸੀਂ ਰੋਕ ਹਟਾ ਦੋਗੇ। ਜੇ ਤੁਸੀਂ ਕਹਿੰਦੇ ਹੋ ਰੋਕ ਤਾਂ ਲਾਈ ਹੈ ਵੀ ਇਹ ਤਾਂ ਕਾਨੂੰਨ ਗਲਤ ਨੇ ਤਾਂ ਰੋਕ ਲਾਈ ਆ, ਤਾਂ ਫਿਰ ਰੱਦ ਕਰ ਦਿਓ। ਤੇ ਆਹ ਸਾਰਾ ਨਾਲੇ ਤਾਂ ਕੁਰਬਾਨੀਆਂ ਇੰਨੀਆਂ ਸ਼ਹੀਦੀਆਂ ਹੋ ਰਹੀਆਂ, ਨਾਲੇ ਘਰੋਂ ਬੇਕਾਰ ਬੈਠੇ, ਨਾਲੇ ਬਜ਼ੁਰਗਾਂ ਨੂੰ ਆ ਸਾਡੇ ਵਾਲੇ ਕੋਈ ਚਾਵਲ ਭੰਡੀ ਜਾਂਦੇ ਆ, ਸਾਡੇ ਤੋਂ ਨਾਲ ਤੇ ਆਹ ਬਚ ਜੀਏ ਅਸੀਂ, ਤੇ ਨਾਲੇ ਆਉਣ ਵਾਲਾ ਸਾਡਾ ਬੱਚੇ ਬਚ ਜਾਣਗੇ ਹੈ ਨਾ। ਜਿਹੜੇ 20 ਸਾਲ ਸੌਖੇ ਲੰਘਦੇ ਸਵਾਮੀਨਾਥਨ ਰਿਪੋਰਟਾਂ ਉਹ ਤਾਂ ਤੁਸੀਂ ਲਾਗੂ ਨਹੀਂ ਕਰਦੇ। ਸੋ ਭਾਰਤ ਸਰਕਾਰ ਦਾ ਵਿਰੋਧ ਕਰੋ ਤੇ ਜਿਹੜੇ ਲੀਡਰਾਂ ਨੂੰ ਕੋਈ ਗਲਤ ਕੋਈ ਹੁੰਦਾ ਕੋਈ ਸਟੈਪ ਜਾਂ ਸਹੀ ਦਿਸ਼ਾ ਵੱਲ ਲਿਜਾਣ ਲਈ ਸਲਾਹ ਦਿਓ, ਕਿਉਂਕਿ ਲੜਾਈ ਸਾਡੀ ਹੈ ਤੇ ਭਾਰਤ ਸਰਕਾਰ, ਮੋਦੀ ਸਰਕਾਰ, ਬੀਜੇਪੀ, RSS ਨਾਲ ਸਾਡੀ ਲੜਾਈ ਹੈ। ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ, ਠੀਕ ਹੈ। ਹੁਣ ਇੱਥੇ ਵੀ ਆਉਣਗੇ ਬਹੁਤ ਚਵਲ, ਆਉਣ ਜੀ ਸਦਕੇ ਆਉਣ। ਉਹ ਮਾਮਲਾ ਮੇਰੇ ਸਾਰੇ ਦਿਮਾਗ 'ਚ ਹੈ ਕਿ ਮੈਂ ਤਾਂ ਖੁੱਲ੍ਹਾ ਚੈਲੰਜ ਕਰਦਾ ਕਿ ਜਿਹੜੇ ਮੇਰੇ ਵਿਰੋਧੀ ਆ ਉਹ ਜਦੋਂ ਮਰਜ਼ੀ ਉਹਨਾਂ ਦੇ ਮੇਨ ਜਿਹੜੇ ਬੰਦੇ ਆ, ਇੱਕ ਜਿਹੜਾ ਮੇਰੇ ਲਈ ਬਾਹਰ ਬੈਠਾ ਬਹੁਤ ਬੋਲਦਾ ਅਮਰੀਕਾ, ਉਹਦਾ ਸਾਰਾ ਕੁਝ ਆ ਮੇਰੇ ਕੋਲ ਹੁਣ, ਤੇ ਜਾਂ ਫਿਰ ਜਿਹਦੇ ਬੰਦੇ ਦੇ ਖਿਲਾਫ ਬੋਲਿਆ ਮੈਂ, ਉਹ ਬੰਦਾ ਜਦੋਂ ਮਰਜ਼ੀ ਲਾਈਵ ਆ ਜੇ। ਪਰ ਅੱਜ ਉਹ ਵਿਸ਼ਾ ਨਹੀਂ ਹੈ, ਕਿਉਂਕਿ ਉਹ ਮੈਂ ਤਾਂ ਇਹ ਬੋਲਿਆ ਕਿਉਂਕਿ ਥੱਲੇ ਕਮੈਂਟਾਂ 'ਚ ਆਉਣਗੇ ਆਪਦੀ ਔਕਾਤ ਵਿਖਾਉਣ ਵੀ ਮੇਰਾ ਖੁੱਲ੍ਹਾ ਚੈਲੰਜ ਹੈ। ਤੇ ਜੇ ਉਹ ਨਹੀਂ ਮੰਨਦੇ ਫਿਰ ਮੈਂ ਉਹ ਸਾਹਮਣੇ ਵੀ ਲਿਆਉਂ ਚੀਜ਼ਾਂ ਕਿ ਦੇਖ ਲਓ ਤੁਹਾਡੇ ਬੰਦੇ ਭੱਜਦੇ ਕਿਵੇਂ ਨੇ ਤੇ ਸੋਸ਼ਲ ਮੀਡੀਆ ਤੇ ਸਰਦਾਰ ਸ਼ੇਰ ਕਿਵੇਂ ਬਣਦੇ ਨੇ। ਸੋ ਇਹ ਮੇਰੀ ਬੇਨਤੀ ਹੈ। ਮੇਨ ਟੌਪਿਕ ਜਿਹੜਾ ਹੈਗਾ ਧਿਆਨ ਕਿ ਪ੍ਰਣਾਮ ਹੈ ਸਾਡੇ ਸ਼ਹੀਦਾਂ ਨੂੰ ਤੇ ਲੀਡਰਸ਼ਿਪ ਨੂੰ ਕਿ ਅਗਵਾਈ ਬਹੁਤ ਵਧੀਆ ਹੁਣ ਤੱਕ ਸਿਸਟਮ ਜੋ ਵੀ ਚੱਲ ਰਿਹਾ, ਪਰ ਆਹ ਫੈਸਲਾ ਕਿਉਂਕਿ ਇੱਥੇ ਭਾਰਤ ਸਰਕਾਰ ਦਾ ਉਪ ਗ੍ਰਹਿ ਮੰਤਰੀ ਇਨਵੋਲਵ ਹੈ, ਪਹਿਲਾਂ ਉਹਨੂੰ ਕੁਰਸੀ ਤੋਂ ਲਵਾਓ ਫਿਰ ਉਹਦੇ ਮੁੰਡੇ ਦੀ ਗ੍ਰਿਫਤਾਰੀ ਕਰਾਓ। ਤੇ ਬਾਕੀ ਜਿਹੜੇ ਸਿਰਫ ਨਿੰਦਿਆ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਾਂ ਤਾਂ ਚੁੱਪ ਬਹਿ ਜਾਓ ਜਾਂ ਕੋਈ ਰਾਹ ਦੇ ਦਿਓ, ਠੀਕ ਹੈ ਨਾ। ਤੇ ਹਥਿਆਰ ਵਾਲੀ ਲੜਾਈ ਜੇ ਲੜਨੀ ਆ ਤੁਸੀਂ ਫਿਰ ਤਾਲਿਬਾਨ ਤੇ ਅਫਗਾਨਿਸਤਾਨ ਜਾਓ, ਇੱਥੇ ਤਾਂ ਸਾਡੇ ਤੋਂ ਤਾਂ ਲੜੀ ਨਹੀਂ ਜਾਂਦੀ, ਠੀਕ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।